ਓਮ ਸ਼ਾਂਤੀ। ਅੱਜ 31/8/2022 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਸਵੇਰੇ ਸਵੇਰੇ ਉੱਠ ਬਾਪ ਨੂੰ ਪਿਆਰ ਨਾਲ ਯਾਦ ਕਰੋ ਤਾਂ ਪੱਥਰ ਬੁੱਧੀ ਤੇ ਪਾਰਸ ਬੁੱਧੀ ਬਣ ਜਾਵੋਗੇ। ਅੱਜ ਬਾਬਾ ਨੇ ਪ੍ਰਸ਼ਨ ਪੁੱਛਿਆ ਬੱਚਿਆਂ ਨੂੰ, 21 ਜਨਮਾਂ ਦੇ ਲਈ ਮਾਲਾ ਮਾਲ ਬਣਨ ਦਾ ਸਾਧਨ ਕੀ ਹੈ? ਅੱਜ ਬਾਬਾ ਦਾ ਉੱਤਰ ਹੈ, ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰੋ ਤਾਂ ਮਾਲਾ ਮਾਲ ਬਣ ਜਾਓਗੇ। ਕਿਉਂਕਿ ਇਹ ਇੱਕ ਗਿਆਨ ਰਤਨ ਲੱਖਾਂ ਰੁਪਇਆਂ ਦਾ ਹੈ। ਜਿਨ੍ਹਾਂ ਜੋ ਦਾਨ ਕਰੇਗਾ ਬਾਪ ਦੀ ਯਾਦ ਵਿੱਚ ਰਹੇਗਾ, ਉਸ ਨੂੰ ਖੁਸ਼ੀ ਦਾ ਪਾਰਾ ਚੜਿਆ ਰਹੇਗਾ। ਅੱਜ ਬਾਬਾ ਨੇ ਦੂਜਾ ਪ੍ਰਸ਼ਨ ਹੋਰ ਪੁੱਛਿਆ, ਆਪਣੇ ਤੋਂ ਕੋਈ ਪਾਪ ਕਰਮ ਨਾ ਹੋਵੇ ਉਸ ਦੇ ਲਈ ਕਿਹੜੀ ਪਰਹੇਜ਼ ਚਾਹੀਦੀ ਹੈ? ਅੱਜ ਬਾਬਾ ਦਾ ਉੱਤਰ ਹੈ, ਅੰਨ ਦੀ ਬਹੁਤ ਪਰਹੇਜ਼ ਚਾਹੀਦੀ ਹੈ। ਪਾਪ ਆਤਮਾ ਦਾ ਅੰਨ ਅੰਦਰ ਜਾਣ ਨਾਲ ਉਸ ਦਾ ਅਸਰ ਪੈਂਦਾ ਹੈ। ਹਰ ਇੱਕ ਦੇ ਸਰਕਮਸਟੈਂਸਿਸ ਵੇਖ ਬਾਪ ਰਾਏ ਦਿੰਦੇ ਹਨ। ਓਮ ਸ਼ਾਂਤੀ। ਕੌਣ ਬੈਠੇ ਹਨ, ਕੌਣ ਆਇਆ? ਜੀਵ ਆਤਮਾਵਾਂ ਜਾਣਦੀਆਂ ਹੈ ਕਿ ਅਸੀਂ ਸਭ ਆਤਮਾਵਾਂ ਇਸ ਵੇਲੇ ਪਾਤਿਤ ਹਾਂ। ਖਾਸ ਭਾਰਤ ਆਮ ਸਾਰੀ ਦੁਨੀਆ ਸਭ ਪੁਕਾਰਦੇ ਹਨ, ਹੇ ਪਾਤਿਤ ਪਾਵਨ, ਹੇ ਪਾਤਿਤ ਦੁਨੀਆ ਹੈ। ਸਾਰੀ ਆਤਮਾਵਾਂ ਪਾਤਿਤ ਦੁਖੀ ਸਾਵਰੀ ਹੋ ਗਈਆਂ ਹੈ। ਪਾਤਿਤ ਪਾਵਨ ਬੇਹਦ ਦਾ ਬਾਪ, ਜਿਸ ਨੂੰ ਗਿਆਨ ਦਾ ਸਾਗਰ ਸਰਵ ਦਾ ਸਦਗਤੀ ਦਾਤਾ ਕਿਹਾ ਜਾਂਦਾ ਹੈ। ਬੱਚੇ ਬਾਪ ਦੇ ਸਾਹਮਣੇ ਬੈਠੇ ਹਨ। ਬੱਚਿਆਂ ਨੂੰ ਕਿੱਥੋਂ ਪਹਿਚਾਣ ਮਿਲੀ? ਪਤਿਤ ਪਾਵਨ ਬਾਪ ਦੁਆਰਾ। ਜਦੋਂ ਸਤਯੁਗ ਸੀ ਤਾਂ ਉੱਥੇ ਰਾਜਾ ਰਾਣੀ ਤਥਾ ਪ੍ਰਜਾ ਸਭ ਪਾਵਨ ਸੀ। ਸਾਰੇ ਗੋਲਡਨ ਏਜ ਵਿੱਚ ਸੀ। ਤੁਸੀਂ ਬੱਚਿਆਂ ਨੂੰ ਹੁਣ ਸਮਝ ਹੈ ਕਿ ਅਸੀਂ ਜੀਵ ਦੀਆਂ ਆਤਮਾਵਾਂ ਬੈਠੀਆਂ ਹਾਂ। ਆਤਮਾਵਾਂ ਸਰੀਰ ਦੇ ਨਾਲ ਹੈ ਤਾਂ ਸੁੱਖ ਜਾਂ ਦੁੱਖ ਭੋਗਣਾ ਪੈਂਦਾ ਹੈ। ਆਤਮਾਵਾਂ ਸਰੀਰ ਵਿੱਚ ਨਹੀਂ ਹੈ ਤਾਂ ਸਰੀਰ ਨੂੰ ਕੁਝ ਪਤਾ ਨਹੀਂ ਪੈਂਦਾ। ਆਤਮਾ ਇੱਕ ਸਰੀਰ ਤੋਂ ਨਿਕਲ ਦੂਜੇ ਸਰੀਰ ਨਾਲ ਕਨੈਕਸ਼ਨ ਜੋੜਦੀ ਹੈ ਤਾਂ ਉਹ ਚੈਤਨਯ ਹੋ ਜਾਂਦੀ ਹੈ। ਸਰੀਰ ਜੜ ਹੈ। ਜੜ ਵੀ ਬ੍ਰਿਧੀ ਨੂੰ ਪਾਉਂਦਾ ਹੈ। ਪਹਿਲੇ 5 ਤੱਤਵਾਂ ਦਾ ਪੁਤਲਾ ਬਣਦਾ ਹੈ। ਉਸ ਵਿੱਚ ਆਰਗਨਸ ਆਉਂਦੇ ਹਨ ਤਾਂ ਆਤਮਾ ਉਸ ਵਿੱਚ ਪ੍ਰਵੇਸ਼ ਕਰਦੀ ਹੈ, ਫਿਰ ਚੈਤਨਯ ਬਣ ਜਾਂਦਾ ਹੈ। ਹੁਣ ਤੁਸੀਂ ਜੀਵ ਆਤਮਾਵਾਂ ਬੈਠੀਆਂ ਹੋ। ਤੁਹਾਡੇ ਸਾਹਮਣੇ ਬਾਪ ਬੈਠੇ ਹੈ। ਉਹ ਵੀ ਪਰਮ ਸੁਪਰੀਮ ਆਤਮਾ ਹੈ ਅਤੇ ਐਵਰ ਪਿਓਰ ਸਦਾ ਪਾਵਨ ਹੈ। ਉਹ ਬਾਪ ਬੱਚਿਆਂ ਨੂੰ ਡਾਇਰੈਕਸ਼ਨ ਦਿੰਦੇ ਹੈ। ਬੱਚੇ, ਤੁਹਾਨੂੰ ਵੀ ਬਾਪ ਵਰਗਾ ਪਾਵਨ ਬਣਨਾ ਹੈ। ਤੁਸੀਂ ਆਤਮਾਵਾਂ ਅਮਰ ਹੋ। ਅਸੀਂ ਪਹਿਲਾਂ ਸ਼ਾਂਤੀ ਧਾਮ ਵਿੱਚ ਸੀ। ਤੁਸੀਂ ਜਾਣਦੇ ਹੋ, ਅਸੀਂ ਆਤਮਾਵਾਂ ਸ਼ਿਵ ਬਾਬਾ ਦੇ ਕੋਲ ਆਈਆਂ ਹੋਈਆਂ ਹੈ, ਜਿਸ ਨੇ ਇਹ ਸਧਾਰਨ ਸਰੀਰ ਧਾਰਨ ਕੀਤਾ ਹੈ। ਸਿਵਾਏ ਪਰਮ ਪਿਤਾ ਪਰਮਾਤਮਾ ਦੇ ਕੋਈ ਹੋਰ ਹੋ ਨਹੀਂ ਸਕਦਾ ਜੋ ਇਵੇਂ ਬੱਚਿਆਂ ਨੂੰ ਬੈਠ ਡਾਇਰੈਕਸ਼ਨ ਦੇਣ। ਉਹ ਤਾਂ ਸਮਝਦੇ ਹਨ ਕਿ ਪਰਮਾਤਮਾ ਕਦੇ ਆਉਂਦਾ ਨਹੀਂ, ਉਹ ਨਾਮ ਰੂਪ ਤੋਂ ਨਿਆਰਾ ਹੈ। ਤੁਸੀਂ ਬੱਚੇ ਜਾਣਦੇ ਹੋ, ਅਸੀਂ ਫਿਰ ਤੋਂ 5000 ਵਰ੍ਹਿਆਂ ਬਾਅਦ ਆ ਕੇ ਮਿਲੇ ਹਾਂ। ਪਹਿਚਾਣਿਆ ਹੈ ਕਿ ਕਿਵੇਂ ਬਾਪ ਸਾਨੂੰ ਪਾਵਨ ਬਣਾਉਂਦੇ ਹੈ। ਆਤਮਾ ਦੇ ਪਤਿਤ ਹੋਣ ਨਾਲ ਸਰੀਰ ਵੀ ਪਤਿਤ ਹੋਇਆ ਹੈ। ਹੁਣ ਫਿਰ ਪਾਵਨ ਬਣਨਾ ਹੈ। ਅਸੀਂ ਆਤਮਾਵਾਂ ਮੂਲ ਵਤਨ ਵਿੱਚ ਪਾਵਨ ਸੀ। ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ, ਵਿਚਾਰ ਸਾਗਰ ਮੰਥਨ ਕਰਨਾ ਹੈ। ਹੁਣ ਤੁਸੀਂ ਆਤਮਾਵਾਂ ਨੂੰ ਪਹਿਚਾਣ ਮਿਲੀ ਹੈ। ਅਸੀਂ ਆਤਮਾਵਾਂ ਨਿਰਮਾਣ ਧਾਮ ਵਿੱਚ ਸੀ, ਫਿਰ ਸਤਯੁਗ ਵਿੱਚ ਆਉਂਦੇ ਹੈ ਸੁੱਖ ਦਾ ਪਾਠ ਵਜਾਉਣ। ਤੁਸੀਂ ਹੋ ਆਲ ਰਾਊਂਡਰ, ਇਸ ਲਈ ਪਹਿਲਾਂ ਤੁਹਾਨੂੰ ਗਿਆਨ ਮਿਲਿਆ ਹੈ। ਜਾਣਦੇ ਹੋ, ਸ਼ਿਵ ਬਾਬਾ ਪ੍ਰਜਾਪਿਤਾ ਬ੍ਰਹਮਾ ਦੁਆਰਾ ਬ੍ਰਾਹਮਣਾਂ ਦੀ ਰਚਨਾ ਰਚਦੇ ਹੈ। ਬਾਬਾ ਕਹਿੰਦੇ ਹੈ, ਤੁਹਾਨੂੰ ਆਤਮਾਵਾਂ ਨੂੰ ਸ਼ੂਦਰ ਵਰਣ ਤੇ ਬ੍ਰਾਹਮਣ ਵਰਣ ਵਿੱਚ ਲਿਆਉਣਾ ਹੈ। ਸ਼ੂਦਰ ਤੋਂ
ਹੁਣ ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬਣੇ ਹੋ। ਕਿਉਂ? ਵਰਸਾ ਲੈਣ ਲਈ। ਬ੍ਰਹਮਾ ਮੁੱਖ ਵੰਸ਼ਾਵਲੀ ਸਿਰਫ ਸੰਗਮ ਤੇ ਹੀ ਬਣਦੇ ਹੈ। ਤੁਹਾਡੇ ਲਈ ਹੀ ਸੰਗਮ ਹੈ। ਤੁਸੀਂ ਆਤਮਾਵਾਂ ਕਹਿੰਦੀਆਂ ਹੈ ਅਸੀਂ ਪਹਿਲੇ ਪਾਵਨ ਸੀ, ਹੁਣ ਪਾਤਿਤ ਬਣੇ ਹਾਂ, ਫਿਰ ਸੋ ਪਾਵਨ ਬਣਦੇ ਹਾਂ। ਹੇ ਪਾਤਿਤ ਪਾਵਨ ਬਾਬਾ, ਸਾਨੂੰ ਫਿਰ ਤੋਂ ਪਾਤਿਤ ਤੋਂ ਪਾਵਨ ਬਣਾਓ। ਇਵੇਂ ਆਪਣੇ ਨਾਲ ਗੱਲਾਂ ਕਰੋ। ਹੁਣ ਆਤਮਾ ਨੂੰ ਖੁਰਾਕ ਮਿਲੀ ਹੈ। ਅਸੀਂ ਆਤਮਾਵਾਂ ਪਾਵਨ ਸੀ ਤਾਂ ਮੁਕਤੀ ਤਾਂ ਵਿੱਚ ਰਹਿੰਦੀਆਂ ਸੀ, ਫਿਰ ਸਵਰਗ ਵਿੱਚ ਆਈਆਂ, ਐਨੇ ਜਨਮ ਲਏ, ਫਿਰ ਹੇਠਾਂ ਡਿੱਗਦੇ ਗਏ, ਫਿਰ ਗੋਲਡਨ ਏਜ ਵਿੱਚ ਜਾਣਾ ਹੈ। ਬਾਬਾ ਕਹਿੰਦੇ ਹੈ ਮੈਂ 5000 ਬਰੇ ਪਹਿਲੇ ਵੀ ਕਿਹਾ ਸੀ, ਮਮੇ ਕਮ ਯਾਦ ਕਰੋ। ਗ੍ਰਸਤ ਵਿਵਹਾਰ ਧੰਦਾ ਆਦਿ ਵਿੱਚ ਰਹਿੰਦੇ ਸਿਰਫ ਆਪਣੇ ਨੂੰ ਆਤਮਾ ਸਮਝੋ। ਹੁਣ ਸਾਨੂੰ ਪਾਵਨ ਬਣਨਾ ਹੈ, ਘਰ ਜਾਣਾ ਹੈ, ਪਾਵਨ ਦੁਨੀਆ ਦਾ ਮਾਲਿਕ ਬਣਨਾ ਹੈ। ਹੁਣ ਅਸੀਂ ਆਇਰਨ ਏਜ ਤੋਂ ਗੋਲਡਨ ਏਜ ਵਿੱਚ ਕਿਵੇਂ ਜਾਈਏ, ਇਹ ਚਿੰਤਾ ਲੱਗੀ ਰਹੇ। ਬਾਬਾ ਤਾਂ ਸਹਿਜ ਜੁਗਤੀਆਂ ਦੱਸਦੇ ਹਨ ਕਿ ਮਮੇ ਕਮ ਯਾਦ ਕਰੋ ਤਾਂ ਤੁਸੀਂ ਪਾਵਨ ਬਣੋਗੇ। ਗੀਤਾ ਵਿੱਚ 2 ਵਾਰੀ ਇੱਕ ਮਹਾਵਾਕਿਆ ਹਨ ਕਿ ਮਨ ਮਨਾ ਭਵ। ਹੇ ਬੱਚੇ, ਦੇ ਅਭਿਮਾਨ ਛੱਡੋ, ਬਾਪ ਨੂੰ ਯਾਦ ਕਰੋ, ਉਹ ਹੈ ਅਥਾਰਟੀ। ਤੁਹਾਨੂੰ ਸਾਰੇ ਸ਼ਾਸਤਰਾਂ ਦਾ ਸਾਰ, ਹਿਸਟਰੀ ਦੇ ਆਦਿ ਮੱਧਿਆ ਅੰਤ ਦਾ ਨਾਲੇਜ ਸਮਝਾਇਆ ਹੈ। ਤੁਸੀਂ ਮੈਨੂੰ ਜਿੰਨਾ ਯਾਦ ਕਰੋਗੇ ਉਤਨੀ ਤੁਹਾਡੀ ਆਤਮਾ ਪਵਿੱਤਰ ਬਣਦੀ ਜਾਵੇਗੀ। ਹੋਰ ਕੋਈ ਉਪਾਅ ਨਹੀਂ। ਪੱਥਰ ਬੁੱਧੀ ਤੋਂ ਪਾਰਸ ਬੁੱਧੀ ਬਣਨਾ ਹੈ। ਗੰਗਾ ਇਸ਼ਨਾਨ ਨਾਲ ਪਾਵਨ ਨਹੀਂ ਬਣੋਗੇ। ਜੇਕਰ ਬਣਦੇ ਤਾਂ ਇੱਥੇ ਹੁੰਦੇ ਹੀ ਨਹੀਂ। ਪਰੰਤੂ ਆਇਰਨ ਏਜ ਵਿੱਚ ਸਭ ਨੂੰ ਆਣਾ ਹੀ ਹੈ ਤਾਂ ਪਹਿਲੇ ਸਵੇਰੇ ਇਸ ਖਿਆਲਾਤ ਵਿੱਚ ਬੈਠਣਾ ਹੈ। ਕਹਿੰਦੇ ਹੈ ਨਾ, ਰਾਮ ਸਿਮਰਨ ਪ੍ਰਭਾਤ ਮੋਰੇ ਮਨ। ਆਤਮਾ ਕਹਿੰਦੀ ਹੈ ਹੇ ਮੇਰੀ ਬੁੱਧੀ, ਹੁਣ ਬਾਪ ਨੂੰ ਯਾਦ ਕਰੋ। ਬੁੱਧੀ ਦਾ ਯੋਗ ਬਾਪ ਨਾਲ ਲਗਾਓ। ਹੁਣ ਜਿੰਨਾ ਜੋ ਲਗਾਓਗੇ ਉਨਾ ਪੱਥਰ ਤੋਂ ਪਾਰਸ ਬੁੱਧੀ ਬਣਦੇ ਜਾਓਗੇ। ਪਾਰਸ ਬੁੱਧੀ ਬਣਾਉਣ ਵਾਲਾ ਇੱਕ ਬਾਪ ਹੀ ਹੈ। ਕਹਿੰਦੇ ਹੈ ਕਲਪ ਕਲਪ ਆ ਕੇ ਸੰਗਮ ਤੇ ਤੁਹਾਨੂੰ ਬਣਾਉਂਦਾ ਹਾਂ। ਸੈਕਿੰਡ ਦੀ ਗੱਲ ਹੈ ਨਾ। ਜਿਵੇਂ ਡਾਕਟਰ ਲੋਕ ਅਜਿਹੀਆਂ ਦਵਾਈਆਂ ਦਿੰਦੇ ਹਨ ਜੋ ਫੋੜਾ ਅੰਦਰ ਹੀ ਅੰਦਰ ਖਤਮ ਹੋ ਜਾਂਦਾ ਹੈ। ਬਾਪ ਕਹਿੰਦੇ ਹੈ ਤੁਹਾਨੂੰ ਵੀ ਮੂੰਹ ਨਾਲ ਕੁਝ ਕਹਿਣਾ ਨਹੀਂ ਹੈ, ਹੱਥ ਪੈਰਾਂ ਨਾਲ ਕੁਝ ਕਰਨਾ ਨਹੀਂ ਹੈ, ਸਿਰਫ ਬੁੱਧੀ ਤੋਂ ਯਾਦ ਕਰਨਾ ਹੈ। ਕਲਪ ਪਹਿਲੇ ਵੀ ਤੁਸੀਂ ਯਾਦ ਕੀਤਾ ਸੀ, ਜਿਸ ਨਾਲ ਵਿਕਰਮ ਸੜੇ ਸਨ। ਇਵੇਂ ਤੁਹਾਨੂੰ ਸਮਝਾਇਆ ਸੀ, ਹੁਣ ਸਮਝਾ ਰਿਹਾ ਹਾਂ। ਹੁਣ ਤੁਹਾਨੂੰ ਬਾਪ ਦੀ ਯਾਦ ਨਾਲ ਪਾਰਸ ਬੁੱਧੀ ਬਣਨਾ ਹੈ। ਬਾਪ ਕਹਿੰਦੇ ਹੈ ਮੈਂ ਤੁਹਾਡਾ ਪਾਤਿਤ ਪਾਵਨ ਬਾਪ ਕਲਪ ਕਲਪ ਦੇ ਸੰਗਮ ਯੁੱਗ ਤੇ ਆਉਂਦਾ ਹਾਂ ਸ਼੍ਰੀਮਤ ਦੇਣ। ਹੇ ਮੇਰੇ ਲਾਡਲੇ ਬੱਚੇ, ਇਹ ਆਤਮਾ ਸੁਣਦੀ ਹੈ ਇਹਨਾਂ ਆਰਗਨਸ ਨਾਲ। ਇਹ ਹੈ ਬ੍ਰਹਮਾ ਮੁਖ ਗਊ ਮੁਖ ਕਹਿੰਦੇ ਹਨ ਨਾ। ਗਊ ਜਾਨਵਰ ਨਹੀਂ, ਇਹ ਗਊ ਮਾਤਾ ਠਹਿਰੀ ਨਾ। ਇਸ ਗਊ ਮੁਖ ਨਾਲ ਸੁਣਦੇ ਹੈ। ਮੰਦਿਰਾਂ ਵਿੱਚ ਇੱਕ ਫਿਰ ਉਹ ਗਊ ਮੁਖ ਦੇ ਦਿੰਦੇ ਹੈ। ਉਹਨਾਂ ਦੇ ਮੂੰਹ ਤੋਂ ਪਾਣੀ ਨਿਕਲਦਾ ਹੈ, ਉਸ ਨੂੰ ਸਮਝਦੇ ਹੈ ਗਊ ਮੁਖ। ਗੰਗਾ ਦਾ ਜਲ ਸਮਝਦੇ ਹੈ। ਹੁਣ ਤੁਸੀਂ ਜਾਣਦੇ ਹੋ ਇਹ ਗਿਆਨ ਬਾਪ ਇਹਨਾਂ ਦੁਆਰਾ ਦਿੰਦੇ ਹੈ। ਇਹ ਗਊ ਮਾਤਾ ਹੋਈ ਨਾ, ਇਹ ਹੈ ਵੱਡੀ ਮਾਂ। ਇਹਨਾਂ ਦੀ ਕੋਈ ਮਾਤਾ ਨਹੀਂ, ਸਾਕਾਰ ਮੰਮਾ ਦੀ ਵੀ ਇਹ ਮਾਤਾ ਹੋਈ ਨਾ। ਤੁਸੀਂ ਸਭ ਮਾਤਾਵਾਂ ਗਊਆਂ ਹੋ। ਤੁਹਾਡੇ ਮੂੰਹ ਨਾਲ ਇਹ ਗਿਆਨ ਵਰਸ਼ਾ ਹੁੰਦੀ ਹੈ। ਬਾਕੀ ਪਾਣੀ ਦੀਆਂ ਨਦੀਆਂ ਤਾਂ ਸਭ ਜਗ੍ਹਾ ਹੁੰਦੀਆਂ ਹੈ। ਇਹ ਗੰਗਾ ਪਾਤਿਤ ਪਾਵਨੀ ਹੋ ਨਹੀਂ ਸਕਦੀ। ਗੰਗਾ ਤੇ ਵੀ ਮੰਦਿਰ ਹੈ ਜਿੱਥੇ ਦੇਵਤਾ ਦੀ ਮੂਰਤੀ ਹੈ। ਇਹਨਾਂ ਦੇਵਤਾਂ ਵਿੱਚ ਤੇ ਗਿਆਨ ਹੈ ਨਹੀਂ। ਗਿਆਨ ਤੁਹਾਨੂੰ ਮਿਲਦਾ ਹੈ ਜਿਸ ਨਾਲ ਤੁਸੀਂ ਦੇਵਤਾ ਬਣਦੇ ਹੋ। ਦੇਵਤਾ ਨੂੰ ਗਿਆਨੀ ਨਹੀਂ ਕਹਾਂਗੇ। ਵਿਸ਼ਨੂੰ ਨੂੰ ਲੰਕਾਰ ਦਿੱਤੇ ਹਨ, ਅਸਲ ਵਿੱਚ ਹੈ ਤੁਸੀਂ ਬ੍ਰਾਹਮਣਾਂ ਦੇ ਲੰਕਾਰ। ਤੁਸੀਂ ਬੱਚਿਆਂ ਦੇ
ਨੇ ਇਸ ਸਵਦਰਸ਼ਨ ਚੱਕਰ ਫਿਰਾਉਣਾ ਹੈ। ਇਸ ਵਿੱਚ ਹਿੰਸਾ ਦੀ ਕੋਈ ਗੱਲ ਨਹੀਂ, ਇਹ ਸਭ ਗਿਆਨ ਦੀਆਂ ਗੱਲਾਂ ਹੈ। ਗਿਆਨ ਦਾ ਸ਼ੰਖ ਵਜਾਉਣਾ ਹੈ ਅਤੇ ਚੱਕਰ ਨੂੰ ਯਾਦ ਕਰਨਾ ਹੈ। ਇਹ ਹੈ ਸਵਦਰਸ਼ਨ ਚੱਕਰ। ਉਹਨਾਂ ਨੇ ਫਿਰ ਚਰਖਾ ਰੱਖ ਦਿੱਤਾ ਹੈ। ਕਮਲ ਫੂਲ ਸਮਾਨ ਪਵਿੱਤਰ ਵੀ ਤੁਹਾਨੂੰ ਇੱਥੇ ਬਣਨਾ ਹੈ। ਗਦਾ ਵੀ ਗਿਆਨ ਦੀ ਹੈ, ਜਿਸ ਨਾਲ ਮਾਇਆ ਤੇ ਜਿੱਤ ਪਾਣੀ ਹੈ। ਤਾਂ ਇਹ ਸਭ ਹਨ ਤੁਹਾਡੇ ਲੰਕਾਰ। ਤੁਸੀਂ ਬੱਚੇ ਜਾਣਦੇ ਹੋ, ਇਹ ਨਰਕ ਹੈ, ਸਵਰਗ ਉਸ ਪਾਸੇ ਖੜਾ ਹੈ। ਅਸੀਂ ਸੰਗਮ ਤੇ ਹਾਂ, ਇੱਕ ਪਾਸੇ ਮੈਲਾ ਪਾਣੀ, ਦੂਜੇ ਪਾਸੇ ਚੰਗਾ ਪਾਣੀ ਹੈ। ਉਸ ਦਾ ਸੰਗਮ ਹੁੰਦਾ ਹੈ ਜੋ ਜਾ ਕੇ ਵੇਖਦੇ ਹਨ। ਇਹ ਹੈ ਗਿਆਨ ਸਾਗਰ, ਪਰਮਪਿਤਾ ਪਰਮਾਤਮਾ, ਅਤੇ ਤੁਸੀਂ ਮੈਲੀ ਨਦੀਆਂ ਹੋ। ਬਾਪ ਬੈਠ ਸਮਾਨ ਪਵਿੱਤਰ ਬਣਾਉਂਦੇ ਹੈ। ਬਾਪ ਨੂੰ ਯਾਦ ਕਰੋ ਅਤੇ ਸਵਦਰਸ਼ਨ ਚੱਕਰ ਫਿਰਾਓ। ਇਸ ਵਿੱਚ ਕਿਰਪਾ ਆਦਿ ਦੀ ਕੋਈ ਗੱਲ ਨਹੀਂ। ਟੀਚਰ ਨੂੰ ਕਦੇ ਕਹਾਂਗੇ ਕਿ ਮਾਸਟਰ ਜੀ ਕਿਰਪਾ ਕਰੋ ਤਾਂ ਅਸੀਂ ਉੱਚ ਪਦਵੀ ਪਾਈਏ, ਟੀਚਰ ਕਹਿਣਗੇ ਪੜ੍ਹੋ। ਬਾਪ ਤਾਂ ਕਹਿੰਦੇ ਹੈ ਮੈਂ ਸਭ ਨੂੰ ਇੱਕੋ ਜਿਹਾ ਪੜ੍ਹਾਉਂਦਾ ਹਾਂ। ਤੁਸੀਂ ਕਹਿੰਦੇ ਹੋ ਪਤਿਤ ਪਾਵਨ ਆਓ, ਆ ਕੇ ਸਾਨੂੰ ਪਾਵਨ ਬਣਾਓ। ਤੁਸੀਂ ਇਸ ਡਰਾਮੇ ਦੇ ਐਕਟਰ ਹੋ ਅਤੇ ਡਰਾਮੇ ਦੇ ਆਦਿ ਮੱਧ ਅੰਤ, ਕ੍ਰੀਏਟਰ ਡਾਇਰੈਕਟਰ ਦਾ ਪਤਾ ਨਹੀਂ ਹੈ। ਤੁਸੀਂ ਤਾਂ ਪੱਥਰ ਬੁੱਧੀ ਹੋ। ਹੁਣ ਤੁਸੀਂ ਬੱਚੇ ਬਾਪ ਨੂੰ ਜਾਣ ਨਾਲ ਪਾਰਸ ਬੁੱਧੀ ਬਣ ਜਾਂਦੇ ਹੋ। ਬਾਪ ਕਹਿੰਦੇ ਹੈ ਸਵੇਰੇ ਸਿਰਫ ਆਧਾ ਪੌਣਾ ਘੰਟਾ ਬੈਠ ਇਹ ਵਿਚਾਰ ਸਾਗਰ ਮੰਥਨ ਕਰੋ। ਪੁਆਇੰਟਸ ਦਾ ਤੁਹਾਨੂੰ ਬਹੁਤ ਸੁਣਾਉਂਦੇ ਹਾਂ। ਉਹਨਾਂ ਨੇ ਤਾਂ 18 ਅਧਿਆਏ ਬੈਠ ਬਣਾਏ ਹੈ। ਭਗਤੀ ਮਾਰਗ ਵਿੱਚ ਫਿਰ ਡਰਾਮਾ ਅਨੁਸਾਰ ਇਹ ਸ਼ਾਸਤਰ ਆਦਿ ਹੋਣਗੇ। ਹੁਣ ਤੁਸੀਂ ਬੱਚਿਆਂ ਨੂੰ ਪੁਰਸ਼ਾਰਥ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਆਪਣੇ ਨਾਲ ਗੱਲਾਂ ਕਰਨੀਆਂ ਹੈ। ਹੁਣ ਸਾਨੂੰ ਬਾਪ ਨੂੰ ਯਾਦ ਕਰਕੇ ਪਾਵਨ ਬਣਾਉਣਾ ਹੈ। ਮਾਲਾ ਦਾ ਦਾਣਾ ਬਣਨਾ ਹੈ। ਬਾਬਾ ਦੀ ਯਾਦ ਨਾਲ ਪਵਿੱਤਰ ਬਣਨਗੇ। ਜਿੰਨਾ ਪਵਿੱਤਰ ਬਣਦੇ ਅਤੇ ਬਣਾਉਂਦੇ ਜਾਓਗੇ, ਉਨਾ ਖੁਸ਼ੀ ਦਾ ਪਾਰਾ ਚੜ੍ਹਦਾ ਜਾਵੇਗਾ। ਇਹ ਅਵਿਨਾਸ਼ੀ ਗਿਆਨ ਰਤਨ ਦਾ ਦਾਨ ਹੋਰਨਾਂ ਨੂੰ ਦੇਣਾ ਹੈ। ਸਾਹੂਕਾਰ ਲੋਕ ਦਾਨ ਪੁੰਨ ਕਰਦੇ ਹੈ ਨਾ। ਤੁਸੀਂ ਹੋ ਅਵਿਨਾਸ਼ੀ ਗਿਆਨ ਰਤਨਾਂ ਦੇ ਦਾਨੀ। ਇੱਕ ਇੱਕ ਰਤਨ ਲੱਖਾਂ ਦੀ ਵੈਲਿਊ ਦਾ ਹੈ। ਤੁਸੀਂ ਜਿੰਨਾ ਪਵਿੱਤਰ ਬਣਦੇ ਹੋ, 21 ਜਨਮ ਲਈ ਮਾਲਾ ਮਾਲ ਹੋ ਜਾਂਦੇ ਹੋ। ਤੁਸੀਂ ਜਦੋਂ ਪਾਰਸ ਬੁੱਧੀ ਸੀ ਤਾਂ ਸੁਖ ਸ਼ਾਂਤੀ ਸੰਪਤੀ ਸਭ ਸਨ। ਹੁਣ ਪੱਥਰ ਬੁੱਧੀ ਹੋਣ ਨਾਲ ਸਭ ਖਤਮ ਹੋ ਗਿਆ ਹੈ। ਹੁਣ ਬਾਪ ਕਹਿੰਦੇ ਹੈ ਆਪਣੇ ਨੂੰ ਆਤਮਾ ਨਿਸ਼ਚੈ ਕਰ ਸਵੇਰੇ ਉੱਠਣ ਦੀ ਆਦਤ ਪਾਓ। ਸਮੇਂ ਚੰਗਾ ਹੈ। ਹਨੇਰੀ ਰਾਤ ਵਿੱਚ ਮਨੁੱਖ ਘੋਰ ਪਾਪ ਕਰਦੇ ਹਨ। ਹੁਣ ਤੁਹਾਨੂੰ ਪਾਵਨ ਬਣਨਾ ਹੈ। ਤੁਸੀਂ 100% ਨਿਰਵਿਕਾਰੀ ਸੀ। ਹੁਣ ਆਤਮਾ ਵਿੱਚ ਖਾਦ ਪਈ ਹੈ। ਉਹ ਨਿਕਲੇਗੀ ਜੋਗ ਭੱਠੀ ਨਾਲ, ਜੋਗ ਅਗਨੀ ਨਾਲ। ਇਸ ਗਿਆਨ ਅਤੇ ਯੋਗ ਦੀ ਸਮਝਾਣੀ ਦਾ ਵਿਨਾਸ਼ ਨਹੀਂ ਹੁੰਦਾ ਹੈ। ਥੋੜਾ ਸੁਣ ਨਾਲ ਹੀ ਪ੍ਰਜਾ ਵਿੱਚ ਆ ਜਾਣਗੇ। ਬਾਪ ਤਾਂ ਕਹਿੰਦੇ ਹਨ ਬੱਚੇ ਪੂਰਾ ਵਰਸਾ ਲਵੋ, ਕਲਪ ਪਹਿਲੇ ਤਰ੍ਹਾਂ। ਉਹੀ ਰਾਜਾ ਉਹੀ ਪ੍ਰਜਾ ਆਦਿ ਬਣਨਗੇ। ਅਗਿਆਨ ਕਾਲ ਵਿੱਚ ਵੀ ਦਾਨ ਪੁੰਨਿਆ ਕਰਦੇ ਹੈ ਤਾਂ ਰਜਾਈ ਘਰ ਵਿੱਚ ਜਾ ਕੇ ਜਨਮ ਲੈਂਦੇ ਹਨ। ਕਈ ਕਰਮਾਂ ਅਨੁਸਾਰ ਗਰੀਬ ਦੇ ਘਰ ਵਿੱਚ ਜਨਮ ਲੈਂਦੇ ਹੈ। ਬਾਪ ਬੈਠ ਕਰਮ ਵਿਕਰਮ ਅਕਰਮ ਦੀ ਗਤੀ ਸਮਝਾਉਂਦੇ ਹੈ। ਸਤਯੁਗ ਵਿੱਚ ਕਰਮ ਅਕਰਮ ਹੋ ਜਾਂਦੇ ਹੈ ਕਿਉਂਕਿ ਮਾਇਆ ਹੀ ਨਹੀਂ ਹੈ। ਇਹ ਹੈ ਰਾਵਣ ਰਾਜ, ਉਹ ਹੈ ਰਾਮ ਰਾਜ। ਹੁਣ ਰਾਵਣ ਰਾਜ ਦਾ ਵਿਨਾਸ਼ ਹੈ, ਸਤਯੁਗ ਦੀ ਸਥਾਪਨਾ ਹੋ ਰਹੀ ਹੈ। ਬਾਪ ਤਾਂ ਬਹੁਤ ਚੰਗੇ ਤਰੀਕੇ ਨਾਲ ਸਮਝਾਉਂਦੇ ਹੈ। ਕੰਨਿਆ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਚਾਹੀਦਾ ਹੈ। ਬੰਧਨ ਮੁਕਤ ਹਨ। ਕੰਨਿਆ ਦੀ ਕਮਾਈ ਮਾਤ ਪਿਤਾ ਨਹੀਂ ਖਾਂਦੇ ਹੈ। ਮਾਂ ਬਾਪ ਕੰਨਿਆ ਨੂੰ ਪੂਜਦੇ ਹਨ। ਕੰਨਿਆ ਜਦੋਂ ਵਿਕਾਰੀ ਬਣ ਜਾਂਦੀ ਹੈ ਤਾਂ ਸਭ ਦੇ ਅੱਗੇ ਮੱਥਾ ਟੇਕਣਾ ਪੈਂਦਾ ਹੈ। ਭਾਵੇਂ ਕੰਨਿਆ ਦੀ ਦੇਵਤਾ ਦੇ ਅੱਗੇ ਮਾਥਾ ਟੇਕਦੀ ਹੈ ਕਿਉਂਕਿ ਜਨਮ ਤਾਂ ਪਤਿਤ ਬਾਪ ਮਾਂ ਬਾਪ ਤੋਂ ਲਿਆ ਹੈ ਨਾ। ਦੇਵਤਾ ਤਾਂ ਹੈ ਹੀ ਪਾਵਨ। ਹੁਣ ਤੁਸੀਂ ਸਮਝਦੇ ਹੋ ਅਸੀਂ 100 ਦੇਵਤਾ ਸੀ, 84 ਜਨਮ ਲੈ ਕੇ ਫਿਰ ਪਤਿਤ ਬਣੇ ਹਾਂ, ਉਤਰਦੇ ਆਏ ਹੈ। ਹੁਣ ਸਾਨੂੰ ਫਿਰ ਸ਼੍ਰੀਮਤ ਤੇ ਚੱਲਣਾ ਪਏ ਤਾਂ ਫਿਰ ਕੋਈ ਪਾਪ ਕਰਮ ਨਹੀਂ ਹੋਵੇਗਾ। ਪਾਪ ਆਤਮਾ ਦਾ ਅੰਦਰ ਨਹੀਂ ਜਾਵੇਗਾ।
ਪਰਹੇਜ਼ ਤਾਂ ਦੱਸੀ ਜਾਂਦੀ ਹੈ ਨਾ, ਨਹੀਂ ਤਾਂ ਉਹ ਅਸਰ ਪੈ ਜਾਂਦਾ ਹੈ। ਪਰੰਤੂ ਕਿਤੇ ਕਿਤੇ ਸਰਕਮਸਟੈਂਸਿਸ ਵੇਖਿਆ ਜਾਂਦਾ ਹੈ, ਕਰਮਾਂ ਦਾ ਹਿਸਾਬ ਕਿਤਾਬ ਹੈ, ਵੱਖ ਬਣਾਉਣਾ ਨਹੀਂ ਦਿੰਦੇ ਹੈ। ਅੱਛਾ, ਬਾਪ ਨੂੰ ਯਾਦ ਕਰੋ, ਲਾਚਾਰੀ ਹੈ, ਬਾਬਾ ਨੂੰ ਯਾਦ ਕਰਕੇ ਖਾਓ, ਭੁੱਲੋਗੇ ਤਾਂ ਤੁਹਾਡੇ ਉੱਤੇ ਉਸ ਦਾ ਅਸਰ ਆ ਜਾਵੇਗਾ। ਬਾਪ ਨੂੰ ਯਾਦ ਕਰਨ ਨਾਲ ਨੇੜੇ ਹੁੰਦਾ ਜਾਵੇਗਾ। ਹੁਣ ਤਾਂ ਸਾਹਮਣੇ ਬਾਪ ਬੈਠਾ ਹੈ, ਫਿਰ ਕਰੋ ਨਾ ਕਰੋ ਤੁਹਾਡੀ ਮਰਜ਼ੀ, ਜੋ ਕਰੇਗਾ ਸੋ ਪਾਏਗਾ, ਸਿੱਧੀ ਗੱਲ ਹੈ। ਇਹ ਤਾਂ ਸਮਝ ਗਏ ਹੈ, ਇਹ ਹੌਸਪੀਟਲ ਹੈ। ਬਾਬਾ ਆਖਦੇ ਨੇ, ਕਹਿੰਦੇ ਹਨ ਭੈਣ ਭਾਈ ਬਣਾਉਂਦੇ ਹੈ, ਵਿਸ਼ ਦਾ ਵਰਸਾ ਛੁਡਾਉਂਦੇ ਹੈ। ਫਿਰ ਦੁਨੀਆ ਕਿਵੇਂ ਚਲੇਗੀ? ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਕਿ ਉੱਥੇ ਇਹ ਦੁਨੀਆ ਕੋਈ ਭੋਗ ਬਲ ਦੀ ਨਹੀਂ ਹੈ, ਉੱਥੇ ਤਾਂ ਯੋਗ ਬਲ ਤੋਂ ਬੱਚੇ ਪੈਦਾ ਹੁੰਦੇ ਹੈ। ਹੁਣ ਤੁਸੀਂ ਨਵੇਂ ਵਿਸ਼ਵ ਦੇ ਮਾਲਿਕ ਬਣਦੇ ਹੋ। ਅੱਛਾ, ਮਿੱਠੇ ਮਿੱਠੇ ਸਿੱਖੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਯਾਦ ਪਿਆਰ ਗੁੱਡ ਮਾਰਨਿੰਗ ਔਰ ਨਮਸਤੇ ਜੀ। ਧਾਰਨਾ ਲਈ ਮੁਖਸਾਰ ਨੰਬਰ 1 ਪਰ ਸਵੇਰੇ ਉੱਠਣ ਦਾ ਅਭਿਆਸ ਪਾਉਣਾ ਹੈ। ਸਵੇਰੇ ਸਵੇਰੇ ਉੱਠ ਵਿਚਾਰ ਸਾਗਰ ਮੰਥਨ ਜ਼ਰੂਰ ਕਰਨਾ ਹੈ। ਆਧਾ ਪੌਣਾ ਘੰਟਾ ਵੀ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ। ਬੁੱਧੀ ਨੂੰ ਗਿਆਨ ਨਾਲ ਭਰਪੂਰ ਕਰਨਾ ਹੈ। ਦੂਜਾ ਨੰਬਰ, ਬਹੁਤਿਆਂ ਦੀ ਆਸ਼ੀਰਵਾਦ ਲੈਣ ਦੇ ਲਈ 3 ਪੈਰ ਪ੍ਰਿਥਵੀ ਤੇ ਕਾਲਜ ਜਾਂ ਹੌਸਪੀਟਲ ਖੋਲ੍ਹ ਦੇਣੀ ਹੈ। ਬਾਪ ਸਮਾਨ ਨਿਰਹੰਕਾਰੀ ਬਣ ਸੇਵਾ ਕਰਨੀ ਹੈ। ਵਰਦਾਨ ਹੈ ਅੱਜ ਦਾ। ਚਾਰੋਂ ਹੀ ਸਬਜੈਕਟ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਨਤਾ ਦਾ ਅਨੁਭਵ ਕਰਨ ਵਾਲੇ ਤੀਵਰ ਪੁਰਸ਼ਾਰਥੀ ਭਵ। ਚਾਰੋਂ ਹੀ ਸਬਜੈਕਟ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਨਤਾ ਦਾ ਅਨੁਭਵ ਕਰਨ ਵਾਲੇ ਤੀਵਰ ਪੁਰਸ਼ਾਰਥੀ ਭਵ। ਗਿਆਨ ਵਿੱਚ ਨਵੀਨਤਾ ਦਾ ਅਰਥ ਹੈ ਸਮਝਦਾਰ ਬਣ ਕੇ ਚੱਲਣਾ, ਮਤਲਬ ਜੋ ਆਪਣੇ ਵਿੱਚ ਕਮੀ ਹੈ ਉਸ ਨੂੰ ਖਤਮ ਕਰਦੇ ਜਾਣਾ। ਯੋਗ ਦੇ ਪ੍ਰਯੋਗ ਵਿੱਚ ਨਵੀਨਤਾ, ਮਤਲਬ ਉਸ ਦੀ ਪਰਸੈਂਟੇਜ ਨੂੰ ਵਧਾਉਣਾ। ਇਵੇਂ ਹੀ ਚਾਰੋਂ ਸਬਜੈਕਟ ਵਿੱਚ ਸਭ ਦੀ ਪ੍ਰਗਤੀ ਵਿੱਚ ਨਵੀਨਤਾ, ਵਿਧੀ ਵਿੱਚ ਨਵੀਨਤਾ, ਪ੍ਰਯੋਗ ਵਿੱਚ ਨਵੀਨਤਾ, ਸੇਵਾ ਵਿੱਚ ਨਵੀਨਤਾ, ਹੋਰਨਾਂ ਨੂੰ ਸਹਿਯੋਗੀ ਬਣਾਉਣ ਜਾਂ ਪਰਸੈਂਟੇਜ ਵਧਾਉਣ ਵਿੱਚ ਨਵੀਨਤਾ ਦਾ ਅਨੁਭਵ ਕਰਨਾ ਮਾਨਾ ਤੀਵਰ ਪੁਰਸ਼ਾਰਥੀ ਬਣਨਾ। ਇਸ ਨਾਲ ਹੀ ਸਮੀਪਤਾ ਦਾ ਅਨੁਭਵ ਕਰਨਗੇ। ਸਲੋਗਨ ਅੱਜ ਦਾ, ਪਿਓਰਿਟੀ ਦੀ ਅਥਾਰਟੀ ਹੀ ਸਭ ਤੋਂ ਵੱਡੀ ਪਰਸਨੈਲਿਟੀ ਹੈ। ਪਿਓਰਿਟੀ ਦੀ ਅਥਾਰਟੀ ਹੀ ਸਭ ਤੋਂ ਵੱਡੀ ਪਰਸਨੈਲਿਟੀ ਹੈ। ਅੱਛਾ, ਓਮ ਸ਼ਾਂਤੀ।